बिस्मिल्लाहिर्रहमानिर्रहीम अस्सलाम वालेकुम दोस्तों। गल बड़ी मजेदार जो गल सुनोगे ना तो तुसा मनना भी गल बड़ी मजेदार सी। बंदा तुहानू स्पैशल गल सुनाउण आया वा ते गल बहुत ही कीमती आ। वीडियो पूरी वेखियो, मजा जरूर आएगा। हाँ जी भाई जान। ਉਹ ਗੱਲ ਰਾਸ਼ੋ ਭਾਈ ਐਵੇਂ ਆ ਕਿ ਉਹਦੇ ਸਪੀਕਰ ਜਿਹਾ ਲੱਗ ਗੱਲ ਐਵੇਂ ਕੋਈ ਹੀ ਬਾਦਸ਼ਾਹ हाँ ਤੇ ਬਾਦਸ਼ਾਹ ਹੋ ਗਿਆ ਬੁੱਢਾ। हाँ ਬਾਦਸ਼ਾਹ ਬੁੱਢਾ ਹੋ ਗਿਆ ਤੇ ਉਹਦੇ ਤਿੰਨ ਮੁੰਡੇ ਸੀ ਤੇ ਤਿੰਨ ਮੁੰਡੇ ਤਿੰਨੇ ਹੀ ਬੜੇ ਕਾਬਲ ਸੀ। अच्छा अच्छा, ਇੰਨੇ ਕੁ ਕਾਬਲ ਸੀ ਕਿ ਚੜਦੇ ਸੋ ਚੜਦਾ। वाह जी वाह। ਇੱਕ ਦੀ ਕਾਬਲੀਅਤ ਵੇਖੋ ਤੇ ਦੂਜੇ ਦੀ ਪਹਿਲੇ ਦੀ ਬੰਦਾ ਭੁੱਲ ਜਾਂਦਾ, ਉਸ ਤੋਂ ਅਗਲੇ ਦੀ ਵੇਖੋ ਤੇ ਉਸ ਤੋਂ ਪਹਿਲੇ ਦੀ ਭੁੱਲ ਜਾਂਦਾ। सही भी तिन्ने बहुत पढ़े लिखे। ਤਿੰਨੇ ਬਹੁਤ ਪੜ੍ਹੇ ਲਿਖੇ ਤੇ ਬਹੁਤ ਨਾਲ ਦੇ ਕਾਬਲ ਜਿਹੇ ਬੰਦੇ ਸੀਗੇ। ਤੇ ਉਹ ਬਾਦਸ਼ਾਹ ਬੁੱਢਾ ਹੋ ਗਿਆ ਸੀਗਾ, ਉਹਦੀ ਸਮਝ ਨਾ ਆਵੇ ਮੈਂ ਤਿੰਨਾਂ ਦੇ ਵਿੱਚੋਂ ਬਾਦਸ਼ਾਹੀ ਕਿਹਨੂੰ ਦਾਂ। हाँ ਤੇ ਉਹਦੀ ਅਕਲ 'ਚ ਕਹਾਣੀ ਨਾ ਆਵੇ। ਇੱਕ ਦਿਨ ਇੱਕ ਨੂੰ ਸਿਲੈਕਟ ਕਰੇ, ਦੂਸਰੇ ਦਿਨ ਦੂਸਰੇ ਦੀ ਜਦੋਂ ਕਾਮਯਾਬੀ ਵੇਖੇ ਉਹ ਆਖੇ ਨਹੀਂ ਇਹਦੇ ਨਾਲੋਂ ਇਹ ਚੰਗਾ, हाँ ਠੀਕ ਆ। ਜਦੋਂ ਤੀਸਰੇ ਦੀ ਵੇਖੇ ਉਹ ਆਖੇ ਨਹੀਂ ਦੋਵਾਂ ਨਾਲੋਂ ਇਹ ਚੰਗਾ, ਠੀਕ ਆ। ਯਾਨੀ ਕਿ ਉਹਦੇ ਨਾ ਸਮਝ ਨਹੀਂ ਸੀ ਆਉਂਦੀ ਵੀ ਕਿਹਨੂੰ ਮੈਂ ਬਾਦਸ਼ਾਹੀ ਦਾ ਤਖਤ ਦਾਂ। सही। ਉਹ ਇਹ ਨਾ ਇੱਕ ਦਿਨ ਨਾਲ ਦੀ ਸਲਤਨਤ ਦੇ ਵਿੱਚ ਚਲਾ ਗਿਆ, ਉੱਥੇ ਹੈਗੀ ਬਾਦਸ਼ਾਹਜ਼ਾਦੀ। ਉਹਦੇ ਨਾਲ ਬੈਠਾ ਬਾਦਸ਼ਾਹ ਸਲਾਹ ਕਰਨ ਡਿਆ ਵੀ ਇਹ ਨਾ ਐਵੇਂ ਐਵੇਂ ਮੇਰੇ ਪੁੱਤ ਨੇ ਤਿੰਨ ਤੇ ਤਿੰਨੇ ਬੜੇ ਕਾਬਲ ਤੇ ਤਿੰਨਾਂ ਦੇ ਵਿੱਚੋਂ ਮੈਂ ਬਾਦਸ਼ਾਹੀ ਦੇਣਾ ਚਾਹੁੰਦਾ ਵਾਂ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਬਾਦਸ਼ਾਹੀ ਕਿਹਨੂੰ ਦੇਵਾਂ, ਵੀ ਆਪਣਾ ਤਖਤ ਕਿਹਨੂੰ ਦੇਵਾਂ। ਮੈਂ ਬੁੱਢਾ ਹੋ ਗਿਆ, ਮੇਰਾ ਕੋਈ ਪਤਾ ਨਹੀਂ ਕਦੋਂ ਗੁਜ਼ਰ ਜਾ, ਚਲੋ ਮੈਂ ਆਪਣੇ ਹੁੰਦਿਆਂ ਨਾ ਬਾਦਸ਼ਾਹ ਬਣਾ ਜਾ। ਉਹਨੇ ਆਖਿਆ ਤੂੰ ਐ ਕਰ, ਇਹਨਾਂ ਤਿੰਨਾਂ ਨੂੰ ਇਹ ਨਾ ਮੇਰੇ ਕੋਲ ਭੇਜ, ਮੈਂ ਇਹਨਾਂ ਦਾ ਖਾਣਾ ਪਕਾਉਣੀ ਆ ਤੇ ਜਦੋਂ ਇਹ ਮੇਰੇ ਕੋਲ ਆਉਣਗੇ ਮੈਂ ਵਿੱਚੋਂ ਤੈਨੂੰ ਸਿਲੈਕਟ ਕਰਕੇ ਇਹਨਾਂ ਤੇ ਦੱਸ ਦਾਂਗਾ सही है। ਵੀ ਵਿੱਚੋਂ ਕਿਹੜਾ ਬਾਦਸ਼ਾਹੀ ਦੇ ਕਾਬਲ ਆ। ਉਹਨੇ ਆਖਿਆ ਅੱਛਾ। ਉਹ ਬਾਦਸ਼ਾਹ ਭਾਈ ਵਾਪਸ ਗਿਆ। ਜੋ ਵਾਪਸ ਗਿਆ ਤੇ ਬਾਦਸ਼ਾਹ ਜਾ ਕੇ ਆਪਣੇ ਮੁੰਡੇ ਨੂੰ ਆਂਦਾ ਵੀ ਐਵੇਂ ਪੁੱਤੇ ਨਾ ਨਾਲ ਦੀ ਸਲਤਨਤ ਦੀ ਬਾਦਸ਼ਾਹਜ਼ਾਦੀ ਆ, ਉਹਨੇ ਨਾ ਕਹਿੰਦਾ ਤੁਹਾਡਾ ਨਾ ਖਾਣਾ ਪਕਾਇਆ ਵਾ ਤੇ ਤੁਸੀਂ ਉਹਦੇ ਕੋਲੇ ਨਾ ਖਾਣਾ ਖਾਣ ਵਾਸਤੇ ਜਾਣਾ ਆ। ਉਹਨਾਂ ਆਖਿਆ ਠੀਕ ਆ। ਉਹਦੇ ਜਿਹੜੇ ਬਾਦਸ਼ਾਹ ਦੇ ਥੱਲੇ ਵਜ਼ੀਰ ਸੀਗੇ, ਜਿਹੜੇ ਉਹਨਾਂ ਦੇ ਖਾਦਮ ਸੀ, ਨੌਕਰ ਚਾਕਰ ਸੀ, ਉਹਨਾਂ ਨੇ ਘੋੜੇ ਘਾੜੇ ਕੱਢੇ ਵੀ ਚਲੀਏ। ਉਹਨਾਂ ਨੇ ਬਾਦਸ਼ਾਹ ਦੇ ਮੁੰਡੇ ਆਖਿਆ ਯਾਰ ਘੋੜਿਆਂ ਤੇ ਕੀ ਜਾਣਾ, ਮੈਂ ਚਲੋ ਨਾਲ ਤੇ ਸਲਤਨਤ ਹੈ, ਚਲੋ ਪੈਦਲ ਜਾਣੇ, ਕੋਈ ਸੈਰ ਸੂਰ ਕਰ ਲਾਂਗੇ। ਉਹਨਾਂ ਆਖਿਆ ਚਲੋ ਸਹੀ ਹੈ। ਉਹ ਜੀ ਜਦੋਂ ਇਹ ਨਾ ਬਾਜ਼ਾਰ ਦੇ ਵਿੱਚ ਨਿਕਲਦੇ ਆ, ਤੁਰੇ ਜਾਂਦੇ ਆ ਨਾ, ਤੇ ਰਸਤੇ ਦੇ ਵਿੱਚ ਨਾ ਇੱਕ ਪੈਰ ਵਿੰਦੇ ਆ, ਕਿਉਂ ਵੀ ਇੱਕ ਪੈਰ ਵਿੰਦੇ ਆ। ਪੈਰ ਹੁੰਦਾ ਇੱਕ ਜ਼ਨਾਨੀ ਦਾ। ਹੁਣ ਜ਼ਨਾਨੀ ਵੀ ਉੱਥੇ ਕੋਈ ਨਹੀਂ, ਕੋਈ ਸ਼ੈ ਵੀ ਨਹੀਂ, ਸਿਰਫ ਇੱਕ ਪੈਰ ਦਾ ਨਿਸ਼ਾਨ ਹੁੰਦਾ। ਇੱਕ ਬਾਦਸ਼ਾਹ ਦਾ ਮੁੰਡਾ ਨਾ ਵੇਂਦਾ ਵਾ, ਪੈਰ ਵੇਖ ਕੇ ਨਾ ਉਹਦੇ ਤੇ ਧਿਆਨ ਪੈਂਦਾ ਹੁੰਦਾ ਕਿ ਇਹਦਾ ਪੈਰ ਆ ਨਾ ਇਹ ਇੱਕ ਜ਼ਨਾਨੀ ਦਾ ਵਾ। ਉਹਨਾਂ ਆਖਿਆ ਅੱਛਾ। ਉਹਦਾ ਦੂਜਾ ਹੁੰਦਾ ਬਾਦਸ਼ਾਹ ਦਾ ਮੁੰਡਾ, ਉਹ ਆਂਦਾ ਪੈਰ ਜ਼ਨਾਨੀ ਦਾ ਵਾ ਲੇਕਿਨ ਜ਼ਨਾਨੀ ਹਾਮਲਾ ਆ, ਉਸੇ ਪੈਰ ਤੋਂ ਪਛਾਣਦਾ। ਉਹਨੇ ਆਖਿਆ ਸਹੀ ਆ। ਉਹਦਾ ਤੀਸਰਾ ਹੁੰਦਾ, ਉਹਨੇ ਕਿਹਾ ਪੈਰ ਜ਼ਨਾਨੀ ਦਾ ਵਾ ਤੇ ਹੈ ਵੀ ਹਾਮਲਾ ਤੇ ਇਹ ਆਈ ਵੀ ਘਰੋਂ ਲੜ ਕੇ ਦੇ। वाह सुना। ਪੈਰ ਤੋਂ ਪਛਾਣਦਾ, ਉਹਨੇ ਕਿਹਾ ਇਹ ਆਈ ਵੀ ਘਰੋਂ ਲੜ ਕੇ ਜੇ। ਉਹਨੇ ਆਖਿਆ ਅੱਛਾ। ਉਹ ਕੁਦਰਤੀ ਗੱਲ ਇਧਰੋਂ ਕੋਈ ਮੇਰੇ ਤੇਰੇ ਵਰਗਾ ਬੰਦਾ ਤੁਰਿਆ ਜਾਣ ਡਿਆ ਹੁੰਦਾ ਜਿਹਦੀ ਜ਼ਨਾਨੀ ਹੁੰਦੀ, ਉਹ ਜਾ ਕੇ ਨਾ ਕਹਿੰਦਾ ਨਾ ਤਿੰਨਾਂ ਨੂੰ, ਬਾਦਸ਼ਾਹ ਦੇ ਮੁੰਡਿਆਂ ਨੂੰ ਪੁੱਛਦਾ ਵੀ ਹੈ ਨਾ ਇਧਰੋਂ ਦੀ ਕੋਈ ਸ਼ਾਇਦ ਨਹੀਂ ਜਾਂਦੀ ਵੇਖੀ। ਇੱਕ ਆਂਦਾ ਵੀ ਜ਼ਨਾਨੀ ਸੀ, ਉਹਨੇ ਆਖਿਆ ਹਾਂ। ਦੂਜਾ ਆਂਦਾ ਸੀ ਹਾਮਲਾ ਸੀ, ਉਹਨੇ ਆਖਿਆ ਹਾਂ। ਤੀਸਰਾ ਆਂਦਾ ਵੀ ਘਰੋਂ ਲੜ ਕੇ ਆਈ ਸੀ, ਉਹਨੇ ਆਖਿਆ ਹਾਂ। ਉਹਨੇ ਆਖਿਆ ਕਿੱਥੇ ਆ, ਉਹਨੇ ਕਿਹਾ ਅਸਾਂ ਨਹੀਂ ਵੇਖੀ, ਅਸੀਂ ਤਾਂ ਪੈਰ ਤੋਂ ਵੇਖ ਕੇ ਟੇਵਾ ਜੇ ਲਾਏ ਸੀ। ਉਹਨੇ ਆਖਿਆ ਮੇਰੀ ਤੇ ਜ਼ਨਾਨੀ ਤੁਹਾਡੇ ਕੋਲ ਹੈ। ਉਹਨੇ ਕਿਹਾ ਨਹੀਂ ਭਾ ਸਾਡੇ ਕੋਲ ਨਹੀਂ, ਅਸੀਂ ਸਿਰਫ ਪੈਰ ਤੋਂ ਵੇਖ ਕੇ ਅੰਦਾਜ਼ਾ ਲਾਇਆ ਸੀਗਾ ਵੀ ਨਾ ਕਹਿੰਦੇ ਜ਼ਨਾਨੀ ਦਾ ਪੈਰ ਆ ਤੇ ਹਾਮਲਾ ਵਾ ਤੇ ਐਵੇਂ ਲੜ ਕੇ ਆਈ ਹੈ ਤੇ ਪੈਰ ਦੇ ਯਾਨੀ ਕਿ ਨਿਸ਼ਾਨਾਤ ਦੱਸਦੇ ਸੀ। ਉਹਨੇ ਕਿਹਾ ਯਾਰ ਬੜੇ ਕਾਬਲ ਬੰਦੇ ਤੁਸੀਂ ਤੇ। ਉਹ ਨਹੀਂ ਭਾਈ, ਉਹਨੇ ਕਿਹਾ ਆ ਪੈਰ ਇੱਧਰ ਨੂੰ ਜਾਣੇ ਤੇ ਇੱਧਰ ਨੂੰ ਹੀ ਗਈ ਹੋਣੀ, ਕਿਤੇ ਲੱਭ ਲੁੱਭ ਲੈ। ਉਹਨੇ ਕਿਹਾ ਸਹੀ ਆ। ਉਹ ਜੀ ਤੁਰੇ ਜਾਂਦੇ ਫਿਰ ਅੱਗੇ ਜਾ ਕੇ ਨਾ ਇੱਕ ਦਰਖਤ ਆਉਂਦਾ ਵਾ। ਦਰਖਤ ਦੇ ਸਾਏ ਥੱਲੇ ਬਹਿ ਜਾਂਦੇ ਆ ਤੇ ਬਹਿ ਕੇ ਉੱਥੇ ਬੈਠੇ ਹੁੰਦੇ ਤੇ ਵੇਂਦੇ ਆ। ਇੱਕ ਪੈਰ ਵੇਂਦੇ, ਪੈਰ ਦੇ ਉੱਤੇ ਨਾ ਊਠ ਦਾ ਪੈਰ ਹੁੰਦਾ ਵਾ। ਇੱਕ ਬੰਦਾ ਪਛਾਣਦਾ ਇਹ ਪੈਰ ਊਠ ਦਾ ਏ। ਉਹਨੇ ਆਖਿਆ ਸਹੀ ਆ। ਦੂਜਾ ਆਂਦਾ ਇਹ ਊਠ ਦੇ ਉੱਤੇ ਸ਼ੱਕਰ ਲੱਦੀ ਜੇ। ਉਹਨੇ ਆਖਿਆ ਸਹੀ ਆ। ਤੀਸਰਾ ਆਂਦਾ ਇਹ ਊਠ ਇੱਕ ਅੱਖੋਂ ਕਾਣਾ ਵੀ ਜੇ। ਉਹਨੇ ਆਖਿਆ ਇਹ ਤੇਰੀ ਖੈਰ ਹੋ ਜੀ। ਉਹਨੇ ਆਖਿਆ ਸਹੀ ਹੋ ਗਿਆ। ਉਹ ਨਹੀਂ ਤੇ ਉਹਨੂੰ ਇੱਕ ਬੰਦਾ ਇਧਰੋਂ ਹੈ ਨਾ ਲੱਭਦਾ ਊਠ ਦਾ ਮਾਲਕ ਆ ਜਾਂਦਾ। ਉਹਨੇ ਕਿਹਾ ਯਾਰ ਇਧਰ ਨੂੰ ਤੂੰ ਜਾਨਵਰ ਤੇ ਨਹੀਂ ਜਾਂਦਾ ਵੇਖਿਆ? ਉਹਨੇ ਕਿਹਾ ਕੀ ਊਠ ਸੀਗਾ? ਉਹਨੇ ਆਖਿਆ ਆਹੋ। ਤੇ ਉਹਨੇ ਆਖਿਆ ਉਹਦੇ ਦੂਜਾ ਬਾਦਸ਼ਾਹ ਦਾ ਮੁੰਡਾ ਦਾ ਉਹਦੇ ਸ਼ੱਕਰ ਲੱਦੀ ਸੀ। ਉਹਨੇ ਆਖਿਆ ਬਿਲਕੁਲ ਜੀ ਸ਼ੱਕਰ ਲੱਦੀ। ਉਹਨੇ ਆਖਿਆ ਅੱਖੋਂ ਕਾਣਾ ਵੀ ਸੀਗਾ? ਉਹਨੇ ਕਿਹਾ ਹਾਂ। ਉਹਨੇ ਆਖਿਆ ਭਾਈ ਮੇਰਾ ਊਠ ਹੀ ਤੁਹਾਡੇ ਕੋਲ ਹੈ, ਊਠ ਦੇ ਦਿਓ।
ਉਹਨੇ ਕਿਹਾ ਯਾਰ ਸਾਡੇ ਕੋਲ ਨਹੀਂ, ਅਸੀਂ ਤੇ ਪੈਰ ਤੋਂ ਵੇਖ ਕੇ ਟੇਵਾ ਲਾਇਆ। ਸੁਣਾ ਬਾਪਾ। ਉਹਨੇ ਆਖਿਆ ਤੂੰ ਪੈਰ ਤੋਂ ਵੇਖ ਕੇ ਕਿਵੇਂ ਟੇਵਾ ਲਾਇਆ? ਉਹਨੇ ਕਿਹਾ ਪੈਰ ਤੇ ਅਸੀਂ ਵੇਖਿਆ ਵੀ ਇਹ ਵਾਕਈ ਊਂਠ ਦਾ ਵਾ ਤੇ ਸ਼ੱਕਰ ਲੱਦੀ। ਉਹਨੇ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਾ? ਉਹਨੇ ਕਿਹਾ ਦਰਖਤ ਨੇ, ਕਿ ਦਰਖਤ ਦੇ ਉੱਤੇ ਨਾ ਡੂਮਣੇ ਦੀਆਂ ਮੱਖੀਆਂ ਭੱਜੀਆਂ ਫਿਰਦੀਆਂ ਨੇ, ਅਸੀਂ ਕਿਹਾ ਮਿੱਠੇ ਤੇ ਮੱਖੀਆਂ ਜਾਂਦੀਆਂ ਤੇ ਊਂਠ ਦੇ ਉੱਤੇ ਸ਼ੱਕਰ ਲੱਦੀ ਹੋਣੀ ਆ। ਉਹਨੇ ਆਖਿਆ ਇਹ ਵੀ ਸਹੀ ਹੋ ਗਿਆ। ਉਹਨੇ ਕਿਹਾ ਕਾਣੇ ਦਾ ਕਿਵੇਂ ਪਤਾ ਲੱਗਾ ਕਿ ਊਂਠ ਕਾਣਾ ਸੀ? ਉਹਨੇ ਕਿਹਾ ਦਰਖਤ ਦੇ ਇੱਕ ਸਾਈਡ ਤੋਂ ਪੱਤੇ ਖਾਦੇ ਇਹਨੇ, ਉਤੋਂ ਹੀ ਟੇਵਾ ਲਾਇਆ ਕਿ ਊਂਠ ਤੇਰਾ ਕਾਣਾ ਸੀ। ਉਹਨੇ ਕਿਹਾ ਯਾਰ ਬੜੇ ਕਾਬਲ ਬੰਦੇ ਤੁਸੀਂ ਤੇ ਟੇਵਾ ਲਾਇਆ। ਉਹਨੇ ਕਿਹਾ ਕਿੱਧਰ ਗਿਆ? ਉਹਨੇ ਕਿਹਾ ਇਹਨੂੰ ਗਿਆ ਹੋਊਗਾ ਕਿਤੇ ਜਾ ਕੇ ਲੱਭ ਲਾ। ਉਹ ਜੀ ਕਰਦੇ ਕਰਾਉਂਦੇ ਨਾ ਬਾਦਸ਼ਾਹਜ਼ਾਦੀ ਦੇ ਮਹਿਲ ਦੇ ਵਿੱਚ ਪਹੁੰਚ ਜਾਂਦੇ ਆ ਉਹ ਬੰਦੇ। ਤਿੰਨੇ ਬਾਦਸ਼ਾਹ ਦੇ ਪੁੱਤ ਉੱਥੇ ਪਹੁੰਚ ਜਾਂਦੇ ਆ। ਜਾ ਕੇ ਉੱਥੇ ਤੇ ਬਾਦਸ਼ਾਹਜ਼ਾਦੀ ਦੇ ਮਹਿਲ ਦੇ ਵਿੱਚ ਵੜ ਜਾਂਦੇ ਆ। ਬਾਦਸ਼ਾਹਜ਼ਾਦੀ ਨਾ ਕਹਿੰਦੇ ਨਾ ਖਾਣਾ ਛਾਣਾ ਤਮਾਮ ਖਾਣੇ ਦਾ ਵਾਵਾ ਕੀਤਾ ਹੁੰਦਾ। ਉਹ ਇੱਕ ਬੰਦਾ ਨਾ ਬੁਰਕੀ ਤੋੜਨ ਲੱਗਦਾ ਨਾ, ਬਾਦਸ਼ਾਹ ਦਾ ਮੁੰਡਾ, ਉਹ ਜੋ ਬੁਰਕੀ ਤੋੜਨ ਲੱਗਦਾ ਵਾ ਉਹ ਨਾਲ ਦੇ ਨੂੰ ਆਂਦਾ ਵੀ ਇਹ ਆਟਾ ਹਰਾਮ ਦਾ ਜੇ। ਅੱਛਾ। ਉਹਨੇ ਆਖਿਆ ਸਹੀ ਹੋ ਗਿਆ। ਦੂਜਾ ਜਦੋਂ ਬੁਰਕੀ ਅੰਦਰ ਚਿੱਥਦਾ ਨਾ ਗੋਸ਼ਤ ਨਾਲ ਲਾ ਕੇ, ਉਹਨੇ ਆਖਿਆ ਗੋਸ਼ਤ ਵੀ ਹਰਾਮ ਦਾ ਜੇ। ਉਹਨੇ ਆਖਿਆ ਸਹੀ ਆ। ਜਦੋਂ ਤੀਸਰਾ ਬੁਰਕੀ ਠਾਂ ਕਰ ਲੈਂਦਾ ਨਾ, ਉਹਨੇ ਕਿਹਾ ਪਕਾਉਣ ਵਾਲੀ ਵੀ ਹਰਾਮ ਦੀ ਜੇ। ਉਹ ਬਾਦਸ਼ਾਹਜ਼ਾਦੀ ਆਪ ਪਕਾਇਆ ਹੁੰਦਾ। ਉਹ ਜੀ ਬਾਦਸ਼ਾਹਜ਼ਾਦੀ ਉਸੇ ਨਾਕ ਲੈਂਦਾ, ਲਾਗੇ ਸਾਹਮਣੇ ਬੈਠੀ ਹੁੰਦੀ ਆ, ਉਹਨੂੰ ਨਾਕ ਲੈਂਦਾ, ਬੜਾ ਗੁੱਸਾ ਲੱਗਦਾ। ਉਹਨੇ ਕਿਹਾ ਪਕਾਇਆ ਤੇ ਮੈਂ ਹਾਂ ਤੇ ਇਹ ਕੀ ਆਂਦੇ ਆ? ਬਾਦਸ਼ਾਹਜ਼ਾਦੀ ਆਂਦੀ ਤੁਹਾਨੂੰ ਕਿਵੇਂ ਪਤਾ ਲੱਗਾ? ਠੀਕ ਹੈ ਤੇ ਤੁਹਾਡੀ ਜ਼ਰੂਰਤ ਕਿਵੇਂ ਹੋਈ? ਉਹਨੇ ਕਿਹਾ ਬਾਦਸ਼ਾਹਜ਼ਾਦੀ ਗੱਲ ਸੁਣ, ਅਸੀਂ ਤੈਨੂੰ ਦੱਸ ਛੱਡਿਆ, ਸਾਡੀਆਂ ਤਿੰਨਾਂ ਗੱਲਾਂ ਚੋਂ ਇੱਕ ਗੱਲ ਝੂਠ ਨਿਕਲ ਆਵੇ ਤੇਰਾ ਹੱਕ ਹੈ ਸਾਡਾ ਸਿਰ ਕਲਮ ਕਰ ਦੇ, ਤੈਨੂੰ ਬਖਸ਼ਿਆ। ਉਹਨੇ ਕਿਹਾ ਜਾ ਤੈਨੂੰ ਪਤਾ ਕਰ। ਉਹ ਜੀ ਪਤਾ ਕਰਨ ਚਲ ਜਾਂਦੀ ਹੈ। ਜਦੋਂ ਪਤਾ ਕਰਨ ਜਾਂਦੇ ਬਾਦਸ਼ਾਹਜ਼ਾਦੀ ਜਾਂਦੀ ਹੈ ਤੇ ਜਾ ਕੇ ਆਟੇ ਵਾਲੇ ਨੂੰ ਪਹਿਲਾਂ ਪੁੱਛਦੀ ਹੈ, ਹਾਂ ਵੀ ਮੈਂ ਤੇਰਾ ਸਿਰ ਲਾ ਦੇਣਾ, ਮੈਨੂੰ ਸੱਚ ਦੱਸ ਵੀ ਆਟਾ ਹਲਾਲ ਦਾ ਕਿ ਹਰਾਮ ਦਾ? ਉਹਨੇ ਕਿਹਾ ਬਾਦਸ਼ਾਹਜ਼ਾਦੀ ਗੱਲ ਭਲਾ ਕੀ ਹੈ? ਜਿਹੜੇ ਆਏ ਸੀ ਨਾ ਦਾਣੇ ਤੁਹਾਡੇ ਵੱਲੋਂ, ਠੀਕ ਹੈ, ਉਹ ਬਾਹਰ ਪਏ, ਮੀਂਹ ਆਇਆ, ਭਿੱਜ ਕੇ ਗਲ ਗਏ, ਉਹ ਮੈਂ ਦਾਣੇ ਯਾਨੀ ਕਿ ਸੁੱਟ ਦਿੱਤੇ। ਆ ਕਿਸੇ ਦਾ ਗਟੂ ਚੋਰੀ ਕਰਕੇ ਪੀ ਕੇ ਤੁਹਾਨੂੰ ਦਿੱਤਾ, ਇਹ ਆਟਾ ਤੁਹਾਡਾ ਵਾਕਈ ਹਰਾਮ ਦਾ ਹੈ। ਠੀਕ ਹੈ। ਬਾਦਸ਼ਾਹਜ਼ਾਦੀ ਨੇ ਕਹਿੰਦੀ, ਉਹਨੂੰ ਕਿਹਾ ਵਾਕਈ ਗੱਲ ਤੇ ਤੇਰੀ ਸਹੀ ਆ, ਉਹ ਬੰਦਾ ਠੀਕ ਆਂਦਾ ਇਹ। ਫੇਰ ਚਲ ਜਾਂਦੀ ਕਸਾਈ ਕੋਲ। ਕਸਾਈ ਨੂੰ ਆਂਦੀ ਹਾਂ ਬਈ ਹੁਣ ਦੱਸ, ਗੋਸ਼ਤ ਜਿਹੜਾ ਮੈਂ ਤੇਰੇ ਕੋਲ ਲੈ ਗਈ ਹੈ ਹਲਾਲ ਦਾ ਕਿ ਹਰਾਮ ਦਾ? ਉਹਨੇ ਕਿਹਾ ਬਾਦਸ਼ਾਹਜ਼ਾਦੀ ਹਲਾਲ ਦਾ। ਉਹਨੇ ਕਿਹਾ ਮੈਂ ਤੇਰਾ ਸਿਰ ਲਾ ਦੇਣਾ ਜੇ ਮੈਂ ਨਾ ਝੂਠ ਬੋਲਿਆ। ਉਹ ਬਾਦਸ਼ਾਹਜ਼ਾਦੀ ਅੱਗੇ ਕਿੱਥੇ ਝੂਠ ਬੋਲ ਸਕਦਾ। ਉਹਨੇ ਆਖਿਆ ਭਾਈ ਜਾਨ ਇਹ ਗੋਸ਼ਤ ਐਵੇਂ ਆ ਕਿ ਮੈਂ ਫਲਾਣੀ ਜਗ੍ਹਾ ਤੋਂ ਬੱਕਰਾ ਲੈ ਕੇ ਆਇਆ ਤੇ ਬੱਕਰਾ ਬਿਮਾਰ ਸੀਗਾ, ਮੈਂ ਮੁੱਲ ਲੈ ਕੇ ਆਇਆ ਤੇ ਆ ਕੇ ਬੱਕਰਾ ਬੰਨਿਆ, ਮੈਂ ਅੰਦਰ ਛੁਰੀ ਲੈਣ ਵਾਸਤੇ ਗਿਆ, ਉਹਨੇ ਤੈਨੂੰ ਬੱਕਰਾ ਮਰ ਗਿਆ, ਮੈਂ ਮਰੇ ਨੂੰ ਛੁਰੀ ਫੇਰ ਦਿੱਤੀ, ਗੋਸ਼ਤ ਵੀ ਹਰਾਮ ਦਾ ਨਿਕਲਿਆ। ਬਾਦਸ਼ਾਹਜ਼ਾਦੀ ਨੇ ਆਖਿਆ ਮੁੰਡੇ ਤੇ ਦੋਵੇਂ ਸੱਚੇ। ਉਹ ਜੀ ਫਿਰ ਆਪਣੀ ਮਾਂ ਕੋਲ ਚਲ ਜਾਂਦੀ ਹੈ ਵੀ ਹੁਣ ਪਕਾਉਣ ਵਾਲੀ ਤੇ ਮੈਂ ਸਾਂ, ਪੁੱਛਾਂ ਵੀ ਮੈਂ ਵੀ ਹਰਾਮ ਦੀਆਂ ਕਿ ਹਲਾਲ ਦੀਆਂ? ਮਾਂ ਕੋਲ ਚਲ ਜਾਂਦੀ। ਮਾਂ ਨੂੰ ਆਂਦੀ ਮਾਂ ਸੱਚ ਆਖੀ, ਝੂਠ ਦਾ ਇੱਕ ਲਫ਼ਜ਼ ਨਾ ਵਿੱਚ ਆਖੀ, ਠੀਕ ਹੈ, ਜੇ ਤੂੰ ਝੂਠ ਮਾਰਿਆ ਤੇ ਮੈਂ ਅੱਜ ਆਪਣਾ ਸਿਰ ਕਲਮ ਆਪੇ ਕਰ ਲੈਣਾ। ਉਹਨੇ ਆਖਿਆ ਪੁੱਤ ਕੀ ਰੌਲਾ? ਉਹਨੇ ਕਿਹਾ ਐਵੇਂ। ਉਹਨੇ ਆਖਿਆ ਵੀ ਗੱਲ ਇਹ ਆ, ਤੇਰਾ ਪਿਓ ਰਹਿੰਦਾ ਸੀ ਬਾਹਰ ਤੇ ਜਿਹੜੀ ਸਲਤਨਤ ਦੀ ਅੱਜ ਤੂੰ ਬਾਦਸ਼ਾਹਜ਼ਾਦੀ ਹੈ ਨਾ, ਇਹਦੇ ਨਾਲ ਤੇਰੇ ਪਿਓ ਦੇ ਬੜੇ ਤਲਕਾਤ ਸਨ, ਬਹੁਤ ਜ਼ਿਆਦਾ ਤਲਕਾਤ ਸਨ। ਤੇ ਉਹ ਬਾਹਰ ਰਹਿੰਦਾ ਸੀਗਾ ਤੇ ਬਾਦਸ਼ਾਹ ਦਾ ਜੋ ਬਾਹਰ ਰਹਿੰਦਾ ਸੀਗਾ ਤੇ ਬਾਹਰੋਂ ਨਾ ਕਹਿੰਦਾ ਉਹ ਘਰ ਨਾ ਆਇਆ ਕਾਫੀ ਅਰਸਾ ਤੇ ਇੱਥੇ ਇੱਕ ਸੀ ਚੂੜਾ, ਮੈਂ ਉਹਦੇ ਨਾਲ ਭੈੜੀ ਹੋ ਗਈ। ਠੀਕ ਹੈ, ਮੈਂ ਉਹਦੇ ਨਾਲ ਭੈੜੀ ਹੋ ਗਈ ਉਹ ਤੇ ਤੂੰ ਜੰਮੀ ਤੇ ਤੈਨੂੰ ਉਸ ਮਹਿਲ ਚ ਵਿਆਹ ਦਿੱਤਾ, ਉਹ ਤੇ ਤੂੰ ਹੀ ਹਰਾਮ ਦੀ। ਉਹਨੇ ਆਖਿਆ ਸਹੀ ਹੋ ਗਿਆ ਵੀ ਇਹਦੇ ਆਈ ਵਾਪਸੀ, ਮੂੰਹ ਲਟਕਾਇਆ। ਉਹਦੇ ਮੁੰਡੇ ਪੁੱਛਦੇ ਆ ਬਾਦਸ਼ਾਹ ਦੇ, ਹਾਂ ਵੀ ਕਿਵੇਂ? ਉਹਨੇ ਕਿਹਾ ਠੀਕ ਹੈ। ਉਹ ਪਰਦਾ ਪਾ ਗਈ। ਉਹਨੇ ਕਿਹਾ ਚਲੋ ਬਾਕੀ ਗੱਲਾਂ ਛੱਡੋ, ਮੈਂ ਤੁਹਾਡਾ ਇੱਕ ਇਮਤਿਹਾਨ ਲੈਣਾ। ਮੁੰਡੇ ਤੇ ਸੱਚੇ ਹੀ। ਉਹਨੇ ਕਿਹਾ ਹੁਣ ਕਾਬਲ ਦੇ ਕੁੜੀ ਤਿੰਨੇ ਪੂਰੇ ਆ, ਇਹਨਾਂ ਦਾ ਹੁਣ ਮੈਂ ਕੀ ਕਰਾਂ? ਉਹ ਜੀ ਚਲੋ ਸਾਹਿਬ ਜੀ ਚਲੇ ਜਾਂਦੇ ਯਾਰ ਆਪਣੇ ਮਹਿਲ ਚ। ਜਦੋਂ ਆਈ ਮੁੰਡੇ ਨੂੰ ਆਂਦੀ ਵੀ ਤੁਸੀਂ ਤੁਹਾਡੇ ਨਾਲ ਨਾ ਤੁਸੀਂ ਤਿੰਨ ਬੰਦੇ ਦੇ, ਤਿੰਨਾਂ ਨਾਲੋਂ ਜਿਹੜਾ ਜ਼ਿਆਦਾ ਕਾਬਲ ਹੋਇਆ ਮੈਂ ਉਹਦੇ ਨਾਲ ਸ਼ਾਦੀ ਕਰਾਂਗੀ। ਉਹਨੇ ਆਖਿਆ ਜੀ ਠੀਕ ਹੋ ਗਿਆ। ਉਹਨੇ ਕਿਹਾ ਤੈਨੂੰ ਕਾਬਲੀਅਤ ਕੀ ਵਿਖਾਉਣੀ ਪਏਗੀ? ਮੈਂ ਕਾਬਲੀਅਤ ਇਹ ਆ ਵੀ ਇੱਧਰਲੇ ਪਾਸੇ ਜੰਗਲ ਆ, ਜੰਗਲ ਨੂੰ ਨਿਕਲ, ਜਿਹੜਾ ਤੁਹਾਡੇ ਚੋਂ ਮੇਰੇ ਵਾਸਤੇ ਚੰਗਾ ਤੋਹਫਾ ਲੈ ਕੇ ਆਇਆ ਨਾ ਉਹਦੇ ਨਾਲ ਮੈਂ ਸ਼ਾਦੀ ਕਰ ਲਾਂ। ਉਹਨੇ ਆਖਿਆ ਸਹੀ ਹੋ ਗਿਆ। ਉਹ ਚਲੇ ਜਾਂਦੇ, ਤੁਰੇ ਜਾਂਦੇ, ਇੱਕ ਰਸਤੇ ਥਾਣੀ ਜਾਂਦੇ, ਅੱਗੇ ਆਉਂਦਾ ਚੁਰਸਤਾ, ਤਿੰਨ ਰਸਤੇ ਜਿੱਥੋਂ ਕਿ ਚਾਰ ਰਸਤੇ ਨਿਕਲਦੇ ਹੁੰਦੇ। ਚੁਰਸਤਾ ਆਉਂਦਾ। ਉਹਨੇ ਕਿਹਾ ਯਾਰ ਜੇ ਇਕੱਠੇ ਇੱਕ ਪਾਸੇ ਗਏ ਨਾ ਤੇ ਅਸੀਂ ਕਿਹੜੀ ਸ਼ਾਇਦ ਲੱਭਾਂਗੇ, ਤੂੰ ਐ ਨੂੰ ਨਿਕਲ ਜਾ, ਮੈਂ ਐ ਨੂੰ ਨਿਕਲ ਜਾਣਾ, ਮੈਂ ਐ ਨੂੰ ਨਿਕਲ ਜਾਣਾ, ਠੀਕ ਹੈ, ਤੇ ਕੋਈ ਨਾ ਕੋਈ ਉੱਥੇ ਸ਼ਾਇਦ ਲੱਭੇਗੀ, ਵੱਖੋ ਵੱਖ ਆਪਣਾ ਗਿਫਟ ਲੈ ਆਵਾਂਗੇ ਤੇ ਫਲਾਣੀ ਡੇਟ ਨੂੰ ਫਲਾਣੇ ਦਿਨ ਨੂੰ ਆਪਾਂ ਤਿੰਨਾਂ ਨੇ ਇੱਥੇ ਹੀ ਇਕੱਠੇ ਹੋਣਾ। ਉਹਨਾਂ ਆਖਿਆ ਸਹੀ ਹੈ। ਉਹ ਜੀ ਚਲ ਜਾਂਦੇ ਆ।
ਲੱਭਦੇ ਰਹਿੰਦੇ, ਆਪੋ ਆਪਣਾ ਤੋਹਫਾ ਲੱਭ ਲੈਂਦੇ ਆ 8 ਦਿਨਾਂ ਦਾ ਟਾਈਮ ਲਾ ਲਾ, 7 ਦਾ ਲਾ ਲਾ, 5 ਦਾ ਲਾ ਲਾ, 4 ਦਾ ਲਾ ਲਾ, ਜਿੰਨੇ ਦਾ ਲਾ ਲਾ। ਉਹ ਸਭ ਤੋਂ ਪਹਿਲੇ ਤੇ ਕੋਲੋਂ ਨਾਖ ਲੈਂਦੇ ਹੈ ਨਾ, ਜਦੋਂ ਆ ਕੇ ਇਕੱਠੇ ਹੁੰਦੇ ਨੇ ਇੱਕ ਦੂਜੇ ਨਾਲ ਬਹਿ ਕੇ ਗੱਲਬਾਤ ਕਰਦੇ ਆ। ਹਾਂ ਵੀ ਤੂੰ ਰਾਸ਼ਦ ਕਿਹੜਾ ਗਿਫਟ ਲੈ ਕੇ ਆਇਆ, ਬਾਬਾ ਤੂੰ ਕਿਹੜਾ ਲੈ ਕੇ ਆਇਆ, ਇਮਤਿਆਜ਼ ਤੂੰ ਕਿਹੜਾ ਲੈ ਕੇ ਆਇਆ। ਇੱਕ ਕਹਿੰਦਾ ਭਾਈਜਾਨ ਮੈਂ ਲੈ ਕੇ ਆਇਆ ਐਨਕ। ਐਨਕ ਮੈਂ ਲਾ ਕੇ ਨਾ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਵੇਖ ਲਾ ਨਾ ਤੇ ਮੈਨੂੰ ਬੰਦਾ ਨਜ਼ਰ ਆਏਗਾ ਕਿ ਫਲਾਣਾ ਬੰਦਾ ਕੀ ਕਰਨ ਡਿਆ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਦੂਜਾ ਤੂੰ ਕੀ ਲੈ ਕੇ ਆਇਆ? ਉਹਨੇ ਕਿਹਾ ਮੈਂ ਲੈ ਕੇ ਆਇਆ ਕਲੀਨ। ਇਹਦੇ ਉੱਤੇ ਜਦੋਂ ਬਹਿ ਜਾਓਗੇ ਨਾ, ਐ ਚੁਟਕੀ ਮਾਰੋਗੇ, ਜਿੱਥੇ ਪਹੁੰਚਣਾ ਹੋਏਗਾ ਨਾ ਮਿੰਟੋ ਪਹਿਲੇ ਤੁਸੀਂ ਪਹੁੰਚ ਜਾਓ। ਉਹਨੇ ਕਿਹਾ ਯਾਰ ਗਿਫਟ ਤੇ ਤੇਰਾ ਵੀ ਤੋਹਫਾ ਤੇ ਤੇਰਾ ਵੀ ਬੜਾ ਤਗੜਾ। ਪਰ ਤੀਜੇ ਨੂੰ ਪੁੱਛਿਆ ਕਿ ਤੂੰ ਕੀ ਲੈ ਕੇ ਆਇਆ? ਉਹ ਸ਼ੀਸ਼ੀ ਵਿੱਚ ਇੱਕ ਪਾਣੀ ਲਈ ਫਿਰਦਾ। ਉਹਨੇ ਕਿਹਾ ਇਹ ਪਾਣੀ ਲੈ ਕੇ ਆਇਆ ਮੈਂ, ਠੀਕ ਹੈ, ਇਹ 10 ਸਾਲਾਂ ਦਾ ਮੁਰਦਾ ਮਰਿਆ ਹੋਏਗਾ ਨਾ ਜਾਂ 100 ਸਾਲ ਦਾ ਮਰਿਆ ਹੋਏਗਾ, ਐਸੇ ਚਿੱਟੇ ਮਾਰੋਗੇ ਮੁਰਦਾ ਕਲਮਾ ਪੜਦਾ ਉੱਠ ਜਾਏਗਾ। ਉਹਨੇ ਆਖਿਆ ਸਹੀ ਹੈ, ਤੋਹਫੇ ਦੇ ਤਿੰਨਾਂ ਦੇ ਚੰਗੇ। ਉਹਨੇ ਕਿਹਾ ਹਾਂ ਬਈ ਐਨਕ ਵਾਲਿਆ ਤੂੰ ਦੱਸ ਬਾਦਸ਼ਾਹਜ਼ਾਦੀ ਨੂੰ ਵੇਖ ਇਸ ਟਾਈਮ ਕੀ ਕਰਨ ਦੀ। ਉਹਨੇ ਆਖਿਆ ਅੱਛਾ। ਉਹ ਐਨਕ ਲਾਉਂਦਾ ਐਸ ਰੁਕ ਵੇਂਦਾ। ਉਹਨੇ ਕਿਹਾ ਬਾਦਸ਼ਾਹਜ਼ਾਦੀ ਮਰ ਗਈ, ਉਹਨੂੰ ਗੁਸਲ ਦੇਣ ਡੇ। ਉਹਨੇ ਕਿਹਾ ਉਹ ਤੇਰੀ ਖੈਰ। ਉਹਨੇ ਕਿਹਾ ਕਲੀਨ ਵਾਲਿਆ ਚੱਲ ਆਪਣਾ ਕੰਮ ਵਿਖਾ। ਕਲੀਨ ਵਾਲੇ ਨੂੰ ਉੱਤੇ ਨਾਕ ਲੈਂਦੇ, ਬਹਾ ਲੈਂਦੇ ਕਲੀਨ ਦੇ ਉੱਤੇ, ਕਲੀਨ ਥੱਲੇ ਵਿਛਾ ਕੇ ਨਾ ਤਿੰਨੇ ਉੱਤੇ ਪਹੁੰਚਦੇ। ਉਹਨੇ ਕਿਹਾ ਮਿੰਟ ਮਾਰ ਕੇ ਪਹੁੰਚਾ। ਮਿੰਟ ਮਾਰਦਾ ਤੇ ਕਲੀਨ ਵਾਲਾ ਉੱਥੇ ਪਹੁੰਚਾ ਦਿੰਦਾ, ਠੀਕ ਹੈ। ਉੱਥੇ ਪਹੁੰਚਦੇ ਤੇ ਉਹ ਪਾਣੀ ਵਾਲੇ ਨੂੰ ਆਂਦੇ ਹਾਂ ਵੀ ਮਾਰ ਪਾਣੀ ਦੇ ਛੱਟੇ ਕਰ ਜਿੰਦਾ ਇਹਨੂੰ, ਉਹਨੂੰ ਜਿੰਦਾ ਕਰ ਲੈਂਦੇ। ਹੁਣ ਮੈਨੂੰ ਇਹ ਦੱਸ ਇਹਨਾਂ ਤਿੰਨਾਂ ਦੇ ਵਿੱਚੋਂ ਸ਼ਾਦੀ ਬਾਦਸ਼ਾਹਜ਼ਾਦੀ ਦੀ ਕਿਹਦੇ ਨਾਲ ਹੋਣੀ? ਦੋਸਤੋ ਠੀਕ ਹੈ, ਇਹ ਹੁਣ ਤੁਸੀਂ ਦੱਸਣਾ ਜਿਹਦੇ ਨਾਲ ਬਾਦਸ਼ਾਹਜ਼ਾਦੀ ਦੀ ਕਿਹਦੇ ਨਾਲ ਤਿੰਨਾਂ ਚੋਂ ਸ਼ਾਦੀ ਹੋਏਗੀ, ਐਵੇਂ ਆ ਨਾ? ਗਿਫਟ ਕਿਹਦਾ ਕਾਬਲ ਸੀਗਾ, ਕਿਹੜਾ ਬੰਦਾ ਕਾਬਲ ਸੀਗਾ, ਠੀਕ ਹੈ। ਜਿਹੜਾ ਬੰਦਾ ਮੈਨੂੰ ਇਸ ਗੱਲ ਦਾ ਜਵਾਬ ਦੇਗਾ ਵੀ ਕਿਹਦੇ ਨਾਲ ਸ਼ਾਦੀ, ਉਹਨੂੰ 5000 ਰੁਪਇਆ ਮੈਂ ਨਾਗ ਦਾ ਨਾਮ ਦਿਆਂਗਾ, ਠੀਕ ਹੈ। ਉਹ ਬੰਦਾ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇਵੇ, ਜਿਹੜਾ ਦਾ ਜਵਾਬ ਦੇਗਾ ਰਾਈਟ, ਠੀਕ ਹੈ। ਉਹਨੂੰ 5000 ਇੱਥੇ ਰਹਿਣਾ ਮੈਂ ਬਿਲਕੁਲ, ਠੀਕ ਹੈ। 5000 ਰੁਪਇਆ ਭਾਈਜਾਨ ਨੂੰ ਮੈਂ ਜਵਾਬ ਦਿਆਂ। ਦੋਸਤੋ ਤੇ ਜਿਹੜਾ ਬੰਦਾ ਦੱਸੇਗਾ ਵੀ ਕਿਹੜਾ ਕਾਬਲ ਹੈ ਉਹਦੇ ਨਾਲ ਬਾਦਸ਼ਾਹਜ਼ਾਦੀ ਸ਼ਾਦੀ ਕਰਦੀ ਆ, ਉਹਨੂੰ ਪਈਏ 5000 ਰੁਪਇਆ ਦੇਗਾ। ਬਿਲਕੁਲ ਭਾਈਜਾਨ ਆਪਣਾ ਅਕਾਊਂਟ ਨੰਬਰ ਨਾਲ ਸੈਂਡ ਕਰ ਦਿਓ, ਇਸੇ ਅਕਾਊਂਟ ਤੇ ਮੈਂ 5000 ਰੁਪਇਆ ਨੂੰ ਸੈਂਡ ਕਰ ਦਿਆਂ। ਤੇ ਜਿਹੜਾ ਦੱਸੇਗਾ ਭਾਈ ਉਹਨੂੰ 5000 ਰੁਪਇਆ। वीडियो चंगी लगे लाइक कमेंट शेयर जरूर करना। पाकिस्तान जिंदाबाद।